ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ। ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ। ਜਨਮ ਮਰਨ ਦੋਹੁ ਮਹਿ ਨਾਹੀ। ਜਨ ਪਰ ਉਪਕਾਰੀ ਆਏ। ਜੀਅ ਦਾਨ ਦੇ ਭਗਤੀ ਲਾਇਨ। ਹਰ ਸਿਉ ਲੈਨ ਮਿਲਾਏ। ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੋ ਲਾਗਾ ਸੇਵਾ। ਗੁਰੂ ਗੁਰੂ ਗੁਰ ਘਰ ਮਨ ਮੋਰਾ। ਗੁਰੂ ਬਿਨਾ ਮੈਂ ਨਾਹੀ ਹੋਰਾ। ਗੁਰ ਕੀ ਟੇਕ ਰਹਿ ਦਿਨ ਰਾਤ। ਜਾ ਕੀ ਕੋਇ ਨ ਮਿਟੈ ਦਾਤ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੈ ਪ੍ਰਭੂ ਹਰ ਦਰਗਹਿ ਕਾ ਬਸੀਠ। ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ। ਤੇਰੀ ਸਰਨ ਮੇਰੇ ਦੀਨ ਦਇਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੈ। ਰਾਖ ਸਰਮ ਆਸਾੜੀ ਜੀਓ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਚਟੀਐ।
ਤੋਦ ਡਿਠੇ ਸੱਚੇ ਪਾਤਸ਼ਾਹ। ਮਾਲ ਜਨਮ ਜਨਮ ਦੀ ਕੱਟੀ ਸੱਜਣ ਸੱਜਾ ਪਾਤਸ਼ਾਹ। ਸਿਰ ਸਾਹੰਗ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਿਆਹੋ ਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਵਿਆਹੋ ਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹੋ ਮੈਂ ਰੂਗ ਗਿਆ ਦੁਖ ਲਾਥਾ ਆਪ ਆਪੈ ਗੁਰਮਤਿ ਖਾਦਾ ਅਕਾਲ ਮੂਰਤ ਵਾਰ ਪਾਇਆ ਅਬਿਨਾਸੀ ਨਾ ਕਦੀ ਮਰੈ ਨਾ ਜਾਇਆ ਵਿਆਹੋ ਆ ਮੇਰੀ ਬਾਬੁਲਾ ਗੁਰਮੁਖੀ ਹਰ ਪਾਇਆ ਅਕਾਲ ਮੂਰਤ ਵਾਰ ਪਾਇਆ ਅਬਿਨਾਸੀ ਨਾ ਕਦੀ ਮਰੈ ਨਾ ਜਾਇਆ ਵਿਆਹੋ ਆ ਮੇਰੀ ਬਾਬੁਲਾ ਗੁਰਮੁਖੀ ਹਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ
ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰ ਉਪਕਾਰੀ ਕਰਨਾ ਨਿਧਾਨ ਕਿਰਪਾ ਦੀ ਖਾਨ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਰਿਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ ਦੇਗ ਤੇਗ ਦੇ ਧਣੀ ਮਰਦ ਅਗੰਮੜੇ ਧੰਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਪਾਵਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ ਆਪ ਜੀ ਵਡਭਾਗੇ ਹੋ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਅੰਮ੍ਰਿਤ ਵੇਲੇ ਤੋਂ ਸੱਜ ਰਹੇ ਸੁੰਦਰ ਦੀਵਾਨ ਅੰਦਰ ਆਪ ਜੀ ਨੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਦੇ ਦਰਸ਼ਨ ਪਰਸਨ ਕਰਕੇ ਗੁਰਸੰਗਤ ਦੀਆਂ ਘੜੀਆਂ ਪ੍ਰਾਪਤ ਕਰਕੇ ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਾਹਿਬਾਂ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਰ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਾਹਿਬਾਂ ਦੀ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਤੋਂ ਪਹਿਲਾਂ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਹੋਇਆਂ ਮਨ ਦੀ ਪਵਿੱਤਰਤਾ ਵਾਸਤੇ ਮਨ ਦੇ ਟਿਕਾ ਵਾਸਤੇ ਰਸਨਾ ਦੀ ਸਫਲਤਾ ਵਾਸਤੇ ਮਿਲ ਜੁਲ ਕਰਕੇ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਜਿਸ ਮੰਤਰ ਵਿੱਚ ਸ਼ਕਤੀ ਹੈ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਜੋ ਆਪ ਜੀ ਨੇ ਹੁਣੇ ਸਾਹਿਬਾਂ ਦਾ ਵਚਨ ਸਰਵਣ ਕੀਤਾ ਹੈ ਇਸ ਦੇ ਅੰਦਰ ਹਉਮੈ ਨੂੰ ਰੋਗ ਬਿਮਾਰੀ ਦੱਸਿਆ ਹੈ। ਸੋ ਇਸ ਬਿਮਾਰੀ ਨੂੰ ਜੇਕਰ ਕੋਈ ਕੱਟ ਸਕਦਾ ਹੈ ਖਤਮ ਕਰ ਸਕਦਾ ਮੁਕਾ ਸਕਦਾ ਹੈ ਉਹ ਵਾਹਿਗੁਰੂ ਮੰਤਰ ਹੈ। ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਔਰ ਨਾਲ ਨਾਲ ਸਤਿਗੁਰੂ ਜੀ ਦੇ ਗੁਰ ਇਤਿਹਾਸ ਜੀਵਨ ਚੋਜ ਬਾਲਾ ਪ੍ਰੀਤਮ ਦੁਖੀਆਂ ਦੇ ਦਰਦੀ ਲਾਚਾਰ ਤੇ ਬੇਵਸਿਆਂ ਦੇ ਸਹਾਰਾ ਤਾਨ ਬਲ ਛੋਟੀ ਉਮਰਾਂ ਦੇ ਵਿੱਚ ਵੱਡੇ ਕਾਰਜ ਕਰਨ ਵਾਲੇ ਧੰਨ 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 ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਾਹਿਬਾਂ ਦਾ ਅੱਜ ਮਹਾਨ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਆਪ ਗੁਰੂ ਕੀਆਂ ਸੰਗਤਾਂ ਨੂੰ
ਧੰਨ 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 ਸਤਿਗੁਰੂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਬੇਅੰਤ ਬੇਅੰਤ ਵਧਾਈਆਂ ਹੋਣ। ਅੱਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਸਿੱਖ ਸੰਗਤਾਂ ਦੂਰ ਨੇੜਿਓਂ ਚੱਲ ਕਰਕੇ ਪਹੁੰਚ ਕੇ ਆਪਣੇ ਮਹਾਨ ਮਹਿਬੂਬ ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਪ੍ਰਕਾਸ਼ ਅਸਥਾਨ ਜਨਮ ਅਸਥਾਨ ਗੁਰਦੁਆਰਾ ਸ਼ੀਸ਼ ਮਹਿਲ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਹਾਜ਼ਰੀ ਭਰ ਕੇ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਕੌਤਕ ਗੁਰੂ ਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਵਾਹਿਗੁਰੂ ਮੰਤਰ ਦਾ ਜਾਪ ਕਰੀਏ, ਜਪੀਏ। ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਿਆਹ ਹੁਆ ਮੇਰੇ ਬਾਬੁਲਾ, ਗੁਰਮੁਖੀ ਹਾਰ ਪਾਇਆ। ਗਰੀਬ ਨਵਾਜ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੈ ਧਾਰਿਆ। ਐਸੇ ਦੀਨ ਦਿਆਲ ਧੰਨ 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 ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਅੰਮ੍ਰਿਤ ਰਸਨਾ ਤੋਂ ਮੁੱਖ ਮੰਡਲ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਉਪਦੇਸ਼ ਜੋ ਸ੍ਰੀ ਰਾਗ ਦੇ ਅੰਦਰ ਘਰ ਦੂਜਾ ਦੇ ਵਿੱਚ ਸ਼ੰਤ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਇੱਕ ਬੰਦ ਦੀ ਇੱਕ ਪਦੇ ਦੀ ਵਿਚਾਰ ਕੱਲ੍ਹ ਦੇ ਦੀਵਾਨ ਅੰਦਰ ਹੋਈ ਸੀ। ਇਹ ਦੂਸਰਾ ਪਦਾ ਹੈ। ਪਹਿਲੇ ਪਦੇ ਦੇ ਅੰਦਰ ਸਾਹਿਬਾਂ ਨੇ ਜੀਵ ਰੂਪ ਇਸਤਰੀ ਨੂੰ ਸਮਝਾਇਆ ਕਿ ਤੇਰਾ ਇਹ ਸੰਸਾਰ ਪੇਕਾ ਘਰ ਹੈ, ਤੂੰ ਇੱਕ ਦਿਨ ਸਹੁਰੇ ਘਰ ਵਿੱਚ ਜਾਣਾ ਹੈ।
ਤੇ ਸਹੁਰੇ ਘਰ 'ਚ ਜਾ ਕਰਕੇ ਜਿਵੇਂ ਵਰਤੋਂ ਵਰਤਾ ਕਰਨਾ ਹੈ, ਕੰਮ ਕਰਨਾ ਹੈ, ਸੁਚੱਜਾਪਨ ਜਿਵੇਂ ਆਪਣਾ ਜ਼ਾਹਰ ਕਰਨਾ ਹੈ, ਉਹ ਤੂੰ ਪੇਕੇ ਘਰ ਵਿੱਚ ਰਹਿੰਦੀ ਹੋਈ ਸਿੱਖ ਲੈ। ਹੁਣ ਸਤਿਗੁਰੂ ਪਾਤਸ਼ਾਹ ਨੇ ਉਸ ਦਿਨ ਦਾ ਜ਼ਿਕਰ ਕੀਤਾ ਹੈ ਜਿਸ ਦਿਨ ਨੂੰ ਵਿਵਾਹੋ ਲਿਖਿਆ ਹੈ। ਵਿਵਾਹੋ ਦਾ ਅਰਥ ਹੈ ਵਿਸ਼ੇਸ਼ ਕਰਕੇ ਮਾਪਿਆਂ ਦੇ ਘਰ ਵਿੱਚੋਂ ਧੀ ਨੂੰ ਪਰਨਾ ਕੇ ਵਿਆਹ ਕਰਕੇ ਲੈਣ ਜਾਣ ਦੀ ਕਿਰਿਆ ਦਾ ਨਾਮ ਵਿਆਹ ਹੈ। ਪੁਰਾਣੇ ਸਮੇਂ ਦੇ ਅੰਦਰ ਬਹੁਤ ਸਾਰੇ ਇਸ ਸ਼ਬਦ ਦੇ ਨਾਮ ਰੱਖੇ ਹਨ, ਬਹੁਤ ਸਾਰੇ ਸਮਾਨ ਅਰਥ ਹਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਪਦੇ ਦੇ ਅੰਦਰ ਉਸ ਅਵਸਥਾ ਦਾ ਜ਼ਿਕਰ ਕੀਤਾ ਹੈ ਜਦੋਂ ਜੀਵ ਆਤਮਾ ਦਾ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਇਸ ਮਿਲਾਪ ਨੂੰ ਕਰਾਉਣ ਵਾਲਾ ਸਤਿਗੁਰੂ ਹੈ। ਗੁਰਮੁਖੇ ਹਰ ਪਾਇਆ। ਕਿਤੇ ਨਹੀਂ ਸਾਹਿਬਾਂ ਕਿਹਾ ਕਿ ਮੈਂ ਮਿਹਨਤ ਕੀਤੀ, ਮੈਂ ਬੈਠਾ ਸੀ, ਮੇਰੇ ਕੋਲ ਪਰਮਾਤਮਾ ਆਪ ਹੀ ਆ ਗਿਆ। ਨਹੀਂ, ਗੁਰੂ ਨੇ ਕਿਰਪਾ ਕੀਤੀ, ਸਤਿਗੁਰੂ ਨੇ ਰਹਿਮਤ ਕੀਤੀ। ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਪਾਇਆ ਪ੍ਰਾਪਤ ਕੀਤਾ ਹੈ। ਮਨੁੱਖਾ ਜੀਵਨ ਦਾ ਲਕਸ਼, ਮਨੁੱਖਾ ਜੀਵਨ ਦਾ ਜੋ ਮਨੋਰਥ ਹੈ, ਉਹ ਬਾਣੀ ਦੇ ਅੰਦਰ ਸਾਹਿਬਾਂ ਨੇ ਵਾਰ-ਵਾਰ ਇਹੀ ਦ੍ਰਿੜ ਕਰਵਾਇਆ ਹੈ ਕਿ ਭਈ ਪਰਾਵਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਬਰੀਆ ਕਹਿੰਦੇ ਵਾਰੀ ਨੂੰ, ਸਮੇਂ ਨੂੰ, ਵਕਤ ਨੂੰ, ਕਿ ਮਾਲਕ ਦੇ ਨਾਲ ਮਿਲਾਪ ਕਰਨ ਦੀ, ਮਿਲਣ ਦੀ, ਜੁੜਨ ਦੀ ਮਨੁੱਖਾ ਜਨਮ ਵਾਰੀ ਹੈ। ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ ਘਟ ਭੀਤਰ ਤੂੰ ਦੇਖ ਵਿਚਾਰ। ਇਹ ਅਵਸਰ ਹੈ, ਇਹ ਸਮਾਂ ਹੈ ਜਿਸ ਸਮੇਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਪਾਇਆ ਜਾ ਸਕਦਾ ਹੈ। ਹੋਰ ਕਿਸੇ ਜੂਨ ਵਿੱਚ ਨਹੀਂ, ਕੇਵਲ ਮਨੁੱਖਾ ਜੂਨ ਵਿੱਚ, ਮਨੁੱਖਾ ਜਨਮ ਵਿੱਚ ਹੀ। ਇਸ ਵਾਸਤੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਫਰਮਾ ਰਹੇ ਨੇ, ਵਿਆਹੋ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ। ਵਿਵਾਹ ਹੋ ਗਿਆ ਹੈ ਕਿਸ ਨਾਲ? ਅਕਾਲ ਪੁਰਖ ਨਾਲ। ਹੇ ਮੇਰੇ ਬਾਬਲਾ, ਮੇਰੇ ਪਿਤਾ ਸਦਰਸ਼, ਪਿਤਾ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ। ਇਸ ਸ਼ਬਦ ਦੀ ਉਥਾਨਕਾ ਵੀ ਲਿਖੀ ਹੈ ਗੁਰਮੁਖਾਂ ਨੇ ਕਿ ਡੱਲਾ ਨਿਵਾਸੀ ਭਾਈ ਸਾਹਿਬ ਭਾਈ ਪਾਰੋ ਜੀ, ਜਿਨ੍ਹਾਂ ਨੂੰ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਨੇ ਪਰਮਹੰਸ ਦੀ ਪਦਵੀ ਬਖਸ਼ਿਸ਼ ਕਰਕੇ ਨਿਵਾਜਿਆ। ਅਜੇ ਉਸ ਸਮੇਂ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਨਹੀਂ ਸਨ ਚੌਥੇ ਪਾਤਸ਼ਾਹ ਜੀ। ਜਦੋਂ ਪਰਸਪਰ ਦੋਵਾਂ ਮਹਾਂਪੁਰਖਾਂ ਦਾ ਸੰਵਾਦ ਹੋਇਆ, ਗੱਲਬਾਤ ਹੋਈ, ਗੁਰਤਾ ਗੱਦੀ ਦਾ ਸਿੰਘਾਸਨ ਪ੍ਰਾਪਤ ਹੋਣ ਤੋਂ ਬਾਅਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ। ਉਸ ਸਮੇਂ ਤੱਕ ਭਾਈ ਪਾਰੋ ਜੀ ਚੱਲ ਵਸੇ ਸਨ। ਉਹ ਜੋਤੀ ਜੋਤ ਸਮਾ ਚੁੱਕੇ ਸਨ, ਗੁਰੂ ਵਿੱਚ ਅਭੇਦ ਹੋ ਚੁੱਕੇ ਸਨ। ਸੋ ਸਾਹਿਬ ਫਰਮਾ ਰਹੇ ਨੇ, ਮੇਰਾ ਅਕਾਲ ਪੁਰਖ ਨਾਲ ਵਿਆਹ ਹੋ ਗਿਆ ਹੈ। ਹੇ ਮੇਰੇ ਬਾਬਲਾ ਪਿਤਾ ਜੀਓ, ਗੁਰਮੁਖੇ ਹਰ ਪਾਇਆ। ਗੁਰ ਵੱਡਾ ਗੁਰੂ, ਮੁਖੇ ਮੁਖੀ ਗੁਰੂ ਦੇ ਦੁਆਰਾ ਹਰ ਪਾਇਆ, ਪਰਮੇਸ਼ਰ ਪਾ ਲਿਆ ਹੈ। ਇਸ ਵਿਆਹ ਦਾ ਜ਼ਿਕਰ ਬਾਣੀ ਦੇ ਅੰਦਰ ਬਾਕੀ ਮਹਾਂਪੁਰਖਾਂ ਸਤਿਗੁਰੂ ਸਾਹਿਬਾਂ ਨੇ ਵੀ ਥਾਵਾਂ ਥਾਵਾਂ 'ਤੇ ਕੀਤਾ ਹੈ। ਆਸਾ ਰਾਗ ਵਿੱਚ ਅੱਗੇ ਜਾ ਕਰਕੇ ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆ ਕਾਜ ਰਚਾਇਆ। ਮਾਲਕ ਕਿਰਪਾ ਕਰਕੇ ਆਪਣੇ ਘਰ, ਹਿਰਦੇ ਰੂਪੀ ਘਰ ਵਿੱਚ ਆਇਆ ਤਾਂ ਸਖੀਆਂ ਦੀ ਨਿਆਈ ਇੰਦਰੀਆਂ ਨੇ ਮਿਲ ਕੇ ਅਥਵਾ ਬਾਹਰੀ ਤੌਰ 'ਤੇ ਸਖੀਆਂ ਸਹੇਲੜੀਆਂ ਨੇ ਇਹ ਵਿਆਹ ਦਾ ਕਾਰਜ ਰਚਾ ਦਿੱਤਾ। ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਜਗਜੀਵਨ ਪਤਾਰ। ਹੇ ਕਾਮਣੀ ਇਸਤਰੀਓ, ਗਾਵੋ ਉਸ ਮਾਲਕ ਵਾਹਿਗੁਰੂ ਦੇ ਆਉਣ ਦੀ ਖੁਸ਼ੀ 'ਚ ਮੰਗਲ ਗਾਓ, ਖੁਸ਼ੀਆਂ ਦੇ ਗੀਤ ਗਾਓ, ਸੋਹਲੇ ਗਾਓ, ਕਿਉਂਕਿ ਹਮਰੇ ਘਰ ਆਇਆ, ਮੇਰੇ ਹਿਰਦੇ ਘਰ ਵਿੱਚ ਆ ਗਿਆ ਹੈ। ਜਗ ਜੀਵਨ ਪਤਾਰ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਪਤਾਰ ਪਤੀ ਅਕਾਲ ਪੁਰਖ ਪਰਮੇਸ਼ਰ ਜੀ ਹੈ, ਉਹ ਮੇਰੇ ਹਿਰਦੇ ਘਰ ਵਿੱਚ ਆ ਕੇ ਵਸ ਗਿਆ ਹੈ।
ਗੁਰੂ ਦੁਆਰੇ ਹਮਰਾ ਵਿਆਹੋ ਜੇ ਹੋਇਆ, ਜਾਂ ਸੌ ਮਿਲਿਆ ਤਾਂ ਜਾਣਿਆ, ਤਿਉ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਇਸ ਸ਼ਬਦ ਵਿੱਚ ਵੀ ਆਪੇ ਜਾਣ ਦਾ ਸਹਿਬਾਂ ਜ਼ਿਕਰ ਕੀਤਾ ਹੈ, ਜਿਹੜਾ ਵਿਚਾਰ ਅਧੀਨ ਹੈ। ਮਨ ਮੰਨ ਗਿਆ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਤਿਉ ਲੋਕਾਂ ਮੈਂ ਸ਼ਬਦ ਰਵਿਆ, ਤਿੰਨਾਂ ਲੋਕਾਂ ਜਿਹੜਾ ਸ਼ਬਦ ਸਰੂਪ ਹੋ ਕਰਕੇ ਵਿਆਪਕ ਹੈ ਨਾ, ਉਸ ਅਕਾਲ ਪੁਰਖ ਦਾ ਮਿਲਾਪ ਹੋਇਆ, ਉਹਦੇ ਵਿੱਚ ਮਨ ਮੰਨ ਗਿਆ ਹੈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਹੋਰਨ ਕਾਰਜ ਨਾ ਹੋਈ। ਇਹ ਸ਼ੁਭ ਗੁਣ ਦੈਵੀ ਗੁਣ ਸਹਾਈ ਬਣ ਗਏ ਇਸ ਵਿਆਹ ਦੇ ਕਾਰਜ ਵਿੱਚ। ਭੰਤ ਨਾਨਕ ਸਭਨਾ ਕਾ ਪਰ ਫਿਰ ਏਕੋ, ਅਕਾਲ ਪੁਰਖ ਪਤੀ ਸਾਰਿਆਂ ਦਾ ਹੀ ਸਿਰ ਦਾ ਸਾਈਂ ਖਸਮ ਮਾਲਕ ਹੈ। ਜਿਸ ਨੂੰ ਨਦਰ ਕਰੇ ਸਾਸ ਸੁਹਾਗਨ ਹੋਈ, ਉਹਦੀ ਪਤਨੀ ਬਣ ਜਾਂਦੀ ਹੈ, ਉਹ ਭਾਗਾਂ ਵਾਲੀ ਬਣ ਜਾਂਦੀ ਜਿਹਦੇ ਉੱਪਰ ਮਾਲਕ ਦੀ ਨਦਰ ਹੋ ਜਾਏ। ਬਾਬਾ ਕਬੀਰ ਸਾਹਿਬ ਇਸ ਵਿਆਹ ਦਾ ਜ਼ਿਕਰ ਕਰਦੇ। 120 ਸਾਲ ਦੀ ਉਮਰ ਸੀ, ਜੀਵਨ ਦੇ ਅੰਤਲੇ ਦਿਨ ਸਨ। ਉਹ ਕਹਿੰਦੇ ਮੇਰਾ ਵਿਆਹ ਹੋ ਰਿਹਾ ਹੈ। ਸਰੀਰ ਚੋਲਾ ਛੱਡ ਰਹੇ ਸੀ ਤੇ ਕਹਿੰਦੇ ਵਿਆਹ ਹੋ ਰਿਹਾ ਹੈ। ਉਹ ਵਿਆਹ ਦਾ ਸ਼ਬਦ ਉਹਨਾਂ ਉਚਾਰਨ ਕੀਤਾ ਹੈ। ਤਨ ਰੈਨੀ ਮਨ ਪੁਨਰਪ ਕਰਹੁ, ਪੰਚੋ ਤਤ ਬਰਾਤੀ, ਰਾਮ ਰਾਏ ਸਿਓ ਭਾਵਰ ਲੈਹੋ, ਆਤਮ ਤਿਹ ਰੰਗ ਰਾਤੀ। ਭਾਵਰ ਕਹਿੰਦੇ ਫੇਰੇ ਲੈਣੇ। ਮੈਂ ਅਕਾਲ ਪੁਰਖ ਪਰਮੇਸ਼ਰ ਨਾਲ ਫੇਰੇ ਲੈ ਲਿਆ ਹਾਂ। ਤਨ ਰਹਿਨੀ ਸਰੀਰ ਨੂੰ ਮੱਟੀ ਬਣਾ ਲਿਆ, ਮਨ ਪੁਨਰਪ ਮਨ ਨੂੰ ਵਾਹਿਗੁਰੂ ਦੇ ਨਾਮ ਵਿੱਚ ਮੈਂ ਰੰਗ ਲਿਆ ਹੈ। ਅਕਾਲ ਪੁਰਖ ਨਾਲ ਮੇਰੇ ਫੇਰੇ ਹੋ ਰਹੇ ਨੇ, ਇਸ ਵਾਸਤੇ ਗਾਵੋ ਗਾਵੋ ਰੀ ਦੁਲਹਣੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਹੇ ਸਖੀਓ ਸਹੇਲੀ ਆਓ, ਖੁਸ਼ੀਆਂ ਦੇ ਗੀਤ ਮੰਗਲ ਗਾਓ। ਮੇਰਾ ਅਕਾਲ ਪੁਰਖ ਵਾਹਿਗੁਰੂ ਮੇਰੇ ਘਰ ਵਿੱਚ ਆਇਆ, ਮੈਨੂੰ ਵਿਆਹੁਣ ਵਾਸਤੇ ਆਇਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਉਹਨੇ ਆਪ ਹੀ ਤਰਸ ਕੀਤਾ ਹੈ। ਰਾਮ ਰਾਏ ਸੋ ਦੁੱਲੋ ਪਾਇਓ, ਅਸਬਡ ਭਾਗ ਹਮਾਰਾ। ਅਕਾਲ ਪੁਰਖ ਦੁੱਲਾ ਪਰਮੇਸ਼ਰ ਮੈਂ ਪ੍ਰਾਪਤ ਕਰ ਲਿਆ ਹੈ। ਉਹ ਲਾੜਾ ਮੇਰੀ ਜੀਵ ਆਤਮਾ ਨੂੰ ਵਿਆਹੁਣ ਵਾਸਤੇ ਆਇਆ ਹੈ। ਸੁਰ ਨਰ ਮਨ ਜਨ ਕੌਤਕ ਆਏ, ਕੋਟ 33 ਉਜਾਨਾ, ਕਹੇ ਕਬੀਰ ਮੋਹਿ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ। ਅਕਾਲ ਪੁਰਖ ਨਾਲ ਮੇਰਾ ਵਿਆਹ ਹੋ ਰਿਹਾ ਹੈ। ਉਸੇ ਵਿਆਹ ਦਾ ਜ਼ਿਕਰ ਗੁਰੂ ਰਾਮਦਾਸ ਪਾਤਸ਼ਾਹ ਕਰ ਰਹੇ। ਇੱਕ ਤਾਂ ਵਿਆਹ ਹੈ ਔਰਤ ਦਾ ਮਰਦ ਦਾ, ਪਰ ਇੱਕ ਉਹ ਵਿਆਹ ਹੈ ਜਿਹੜਾ ਜੀਵ ਆਤਮਾ ਦਾ ਅਕਾਲ ਪੁਰਖ ਵਾਹਿਗੁਰੂ ਨਾਲ ਹੋਣਾ ਹੈ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਉਸ ਵਿਆਹ ਦਾ ਸਾਹਿਬ ਜੀ ਜ਼ਿਕਰ ਕਰ ਰਹੇ ਨੇ। ਵਿਆਹੋ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਹੇ ਮੇਰੇ ਬਾਬਲ ਪਿਤਾ ਜੀਓ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਹੋਈ। ਯੋਗ ਵਰ ਲੱਭ ਕੇ ਤੁਸੀਂ ਦਿੱਤਾ ਹੈ ਅਕਾਲ ਪੁਰਖ ਪਰਮੇਸ਼ਰ। ਗੁਰੂ ਦੁਆਰਾ ਸਾਹਿਬ ਕਹਿੰਦੇ ਹਰੀ ਵਰ ਨੂੰ ਪਾ ਲਿਆ ਹੈ। ਸਾਹਿਬਾਂ ਨੇ ਕਿਰਪਾ ਕੀਤੀ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਤੇ ਜਦੋਂ ਮਾਲਕ ਆ ਜਾਏ, ਮਾਲਕ ਉਹ ਰੌਸ਼ਨੀ ਹੈ। ਜਿੱਥੇ ਸੂਰਜ ਆ ਜਾਵੇ ਉੱਥੇ ਹਨੇਰਾ ਨਹੀਂ ਰਹਿ ਸਕਦਾ। ਜਿੱਥੇ ਅਕਾਲ ਪੁਰਖ ਆ ਜੇ ਉਹਦਾ ਗਿਆਨ ਵੀ ਨਾਲ ਆ ਜਾਂਦਾ। ਜਿੱਥੇ ਉਹਦਾ ਗਿਆਨ ਆ ਜੇ ਉੱਥੇ ਅਗਿਆਨ ਨਹੀਂ ਠਹਿਰ ਸਕਦਾ। ਅਗਿਆਨ ਗਿਆਨ ਦੀ ਅਣਹੋਂਦ ਕਾਰਨ ਹੀ ਪੈਦਾ ਹੁੰਦਾ। ਅਗਿਆਨ ਇੱਕ ਅਵਿਦਿਆ ਹੈ, ਇੱਕ ਮਾਇਆ ਹੈ। ਗਿਆਨ ਇੱਕ ਉਹ ਰੌਸ਼ਨੀ ਹੈ ਜਿਸ ਵਿੱਚ ਅਕਾਲ ਪੁਰਖ ਪਰਮਾਤਮਾ ਸਾਖਸ਼ਾਤ ਦਿਸਦਾ ਹੈ। ਅਗਿਆਨ ਅੰਧੇਰਾ, ਅਗਿਆਨ ਨੂੰ ਹਨੇਰਾ ਆਖਿਆ ਹੈ। ਤੇ ਹਨੇਰਾ ਡਰ ਪੈਦਾ ਕਰਦਾ ਹੈ, ਹਨੇਰਾ ਠੇਡੇ ਲਵਾਉਂਦਾ ਹੈ, ਹਨੇਰਾ ਦੁਖਦਾਈ ਹੁੰਦਾ ਹੈ। ਆਪਣੀਆਂ ਰੱਖੀਆਂ ਚੀਜ਼ਾਂ ਘਰ ਵਿੱਚ ਹਨੇਰਾ ਹੋਵੇ ਤੇ ਨਹੀਂ ਲੱਭਦੀਆਂ। ਤੇ ਜਿਸ ਜੀਵ ਆਤਮਾ ਦੇ ਵਾਸਤੇ ਹਨੇਰਾ ਹੈ ਆਸੇ ਪਾਸੇ, ਉਹਨੂੰ ਪਰਮਾਤਮਾ ਕਿਵੇਂ ਦਿਸ ਸਕਦਾ? ਨਹੀਂ ਪ੍ਰਾਪਤ ਹੋ ਸਕਦਾ। ਸਤਿਗੁਰੂ ਨੇ ਕਿਰਪਾ ਕੀਤੀ, ਗੁਰ ਗਿਆਨ ਪ੍ਰਚੰਡ ਬੁਲਾਇਆ। ਗੁਰੂ ਨੇ ਉਹ ਗਿਆਨ ਪੈਦਾ ਕਰ ਦਿੱਤਾ, ਪ੍ਰਚੰਡ ਹੁੰਦਾ ਪਰ ਵਿਸ਼ੇਸ਼ ਕਰਕੇ ਚੰਦ ਤਿੱਖਾ ਗਿਆਨ, ਜਿਹੜਾ ਬਹੁਤ ਹੀ ਭਾਰੀ ਤੇ ਮਹਾਨ ਗਿਆਨ ਹੈ। ਬੁਲਾਇਆ ਦਾ ਅਰਥ ਹੈ ਜਗਾਇਆ। ਕਹਿੰਦੇ ਨਾ ਜਿਵੇਂ ਦੀਵਾ ਬਾਲਦਾ ਉਹ, ਇਸੇ ਤਰ੍ਹਾਂ ਗੁਰੂ ਨੇ ਗਿਆਨ ਦਾ ਦੀਪਕ ਬਾਲ ਦਿੱਤਾ ਹੈ।
ਅੱਜ ਜਿਸ ਮਹਾਂਪੁਰਖ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ, ਉਹਨਾਂ ਸਾਹਿਬਾਂ ਨੇ ਪਤਾ ਨਹੀਂ ਕਿੰਨਿਆਂ ਦੇ ਜੀਵਨ ਵਿੱਚ ਜੋ ਅਗਿਆਨ ਫੈਲਿਆ ਹੋਇਆ ਸੀ ਉਸ ਨੂੰ ਗਿਆਨ ਰੂਪ ਵਿੱਚ ਬਦਲ ਦਿੱਤਾ। ਐਸੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਅੱਜ ਦੇ ਦਿਨ 7 ਸਾਉਣ 8 ਜੁਲਾਈ ਨੂੰ ਸੰਨ 1656 ਈਸਵੀ ਸਨ, ਉਹ ਪਾਵਨ ਧਰਤੀ ਜਿਹੜਾ ਲੰਮਾ ਸਮਾਂ ਸਿੱਖੀ ਦਾ ਕੇਂਦਰ ਰਿਹਾ, ਸ਼੍ਰੀ ਕੀਰਤਪੁਰ ਸਾਹਿਬ ਦਾ ਪਾਵਨ ਸਥਾਨ, ਜਿੱਥੇ ਗੁਰੂ ਨਾਨਕ ਜੋਤ ਨੇ ਇੱਕ ਪਹਿਲਾ ਜਾਮਾ ਧਾਰਨ ਕੀਤਾ 7ਵੇਂ ਸਰੂਪ ਅੰਦਰ। ਉਹੀ ਘਰ, ਉਹੀ ਥਾਂ, ਉਹੀ ਜਗ੍ਹਾ ਜਿੱਥੇ ਹੁਣ ਗੁਰੂ ਨਾਨਕ ਜੋਤ ਨੇ 8ਵਾਂ ਸਰੂਪ ਧਾਰਨ ਕੀਤਾ। ਸੰਸਾਰ ਦੇ ਅੰਦਰ ਇੱਕੋ ਇੱਕ ਕੀਰਤਪੁਰ ਸਾਹਿਬ ਦੀ ਉਹ ਧਰਤੀ ਹੈ, ਜਿਸ ਧਰਤੀ ਨੂੰ ਇਹ ਮਾਣ ਹੈ ਕਿ ਗੁਰੂ ਨਾਨਕ ਜੋਤ ਨੇ 2 ਜਾਮੇ ਧਾਰਨ ਕੀਤੇ। 2 ਗੁਰੂ ਸਾਹਿਬਾਂ ਦਾ ਪ੍ਰਕਾਸ਼ ਸਥਾਨ ਹੈ, 7ਵੇਂ ਪਾਤਸ਼ਾਹ ਔਰ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ। ਅੱਜ ਦੇ ਦਿਨ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ਪਾਵਨ ਧਰਤੀ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪ੍ਰਕਾਸ਼ ਹੋਇਆ ਹੈ। ਇਤਿਹਾਸਕਾਰ ਲਿਖਦੇ ਕਿ 4 ਸਾਲ ਦੀ ਉਮਰ ਤੱਕ ਸਾਰੀ ਨਿਤਨੇਮ ਦੀ ਬਾਣੀ ਉਹਨਾਂ ਨੂੰ ਯਾਦ ਹੋ ਚੁੱਕੀ ਸੀ। ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਉਹਨਾਂ ਕੰਠ ਕਰ ਲਏ। ਪਿਤਾ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਜਦੋਂ ਸਿੱਖ ਸੰਗਤਾਂ ਨੂੰ ਆਮ ਬਾਣੀ ਦਾ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰਦੇ, ਬੜੇ ਗਹੁ ਨਾਲ ਧਿਆਨ ਨਾਲ ਕੋਲ ਬੈਠ ਕਰਕੇ ਸਰਵਣ ਕਰਦੇ ਸਨ। ਕਈ ਘੰਟਿਆਂ ਦਾ ਨਿਤਨੇਮ ਉਹਨਾਂ ਦਾ ਬਚਪਨ ਵਿੱਚ ਹੀ ਸੀ। ਕਾਬਲ ਕੰਧਾਰ ਦੇ ਇਲਾਕੇ ਦੇ ਇੱਕ ਸਿੱਖ ਦੇ ਪੁੱਛਣ ਤੇ ਕਿ ਮਹਾਰਾਜ ਅਗਲੀ ਵੱਡੀ ਜ਼ਿੰਮੇਵਾਰੀ ਪ੍ਰਾਪਤੀ ਕਿਸ ਨੂੰ ਹੋਵੇਗੀ, ਤਾਂ ਗੁਰੂ ਹਰਿਰਾਏ ਪਾਤਸ਼ਾਹ ਦੇ ਕਹਿਣ ਤੇ ਕਿ ਤੁਸੀਂ ਆਪ ਹੀ ਪਰਖ ਕਰ ਲਓ। ਸਿੱਖ ਦੀ ਪਰਖ ਵਿੱਚੋਂ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਖਰੇ ਉਤਰੇ। ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਪਾਸ ਦੇਸ਼ਾਂ ਵਿਦੇਸ਼ਾਂ ਦੀਆਂ ਬੇਅੰਤ ਸਿੱਖ ਸੰਗਤਾਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੀਆਂ ਹਨ। ਇੱਕ ਵਿਅਕਤੀ ਜਿਹੜਾ ਚੋਰੀ ਦੀ ਭਾਵਨਾ ਨਾਲ ਆਇਆ ਸੀ, ਸੰਗਤ ਵਿੱਚ ਬੈਠਾ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਸਿੰਘਾਸਨ ਤੇ ਸੱਜ ਰਹੇ ਨੇ ਤੇ ਸਤਿਗੁਰੂ ਪਾਤਸ਼ਾਹ ਨੇ ਉਹ ਬਚਨ ਪੜ੍ਹਿਆ ਸੀ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉ। ਉਹਨੇ ਧੌਣ ਤਾਂ ਚੁੱਕ ਕੇ ਵੇਖਿਆ, ਸਾਹਿਬ ਨੇਤਰਾਂ ਵਿੱਚ ਨੇਤਰ ਪਾ ਕੇ ਤੱਕ ਰਹੇ ਸੀ। ਧੌਣ ਝੁਕ ਗਈ। ਦੁਬਾਰਾ ਫਿਰ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨੇ ਇਹੀ ਬਚਨ ਜਦੋਂ ਪੜ੍ਹਿਆ, ਫਿਰ ਇਸਨੇ ਵੇਖਿਆ, ਇਹਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੇ ਵੱਲ ਵੇਖ ਕੇ ਹੀ ਬਚਨ ਪੜ੍ਹ ਰਹੇ ਨੇ। ਬੜੀ ਦੂਰੋਂ ਤੁਰਿਆ ਸੀ ਸੰਗਤਾਂ ਦੇ ਜਥੇ ਨਾਲ ਕਿ ਜੇਬਾਂ ਕੱਟਾਂਗਾ, ਚੋਰੀ ਕਰਾਂਗਾ। ਕੀਰਤਪੁਰ ਸਾਹਿਬ ਵੱਡਾ ਮੇਲਾ ਹੁੰਦਾ, ਉੱਥੇ ਦਾਜ ਜ਼ਿਆਦਾ ਲੱਗੇਗਾ। ਹੁਣ ਕਈ ਇਸ ਭਾਵਨਾ ਨਾਲ ਵੀ ਆਉਂਦੇ ਨੇ ਗੁਰੂ ਘਰ ਵਿੱਚ ਕਿ ਚੋਰੀ ਕੀਤੀ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਿਆਨ ਕੱਟ ਕਰਕੇ ਗਿਆਨ ਬਖਸ਼ ਦਿੱਤਾ। ਮਹਾਨ ਗੁਰੂ ਕਾ ਸਿੱਖ ਬਣਿਆ। ਮੁਹਾਲੀ ਦਾ ਰਹਿਣ ਵਾਲਾ ਇੱਕ ਚੌਧਰੀ ਹੈ, ਨਗਰ ਦਾ ਮੁਖੀਆ, ਪਰ ਕੁਕਰਮ ਕਰਦਾ ਸੀ। ਤੇ ਸਾਹਿਬਾਂ ਕਿਹਾ ਸੀ ਕਿ ਪੰਚ ਇਹੋ ਜਿਹੇ ਹੁੰਦੇ ਨੇ। ਨਹੀਂ, ਪੰਚ ਦੀ ਪਰਿਭਾਸ਼ਾ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਦੱਸ ਗਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗੇ ਮਾਨ। ਇਹ ਪੰਚਾਂ ਦਾ ਕੰਮ ਨਹੀਂ, ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਨਾ। ਸਾਹਿਬ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਗਿਆਨ ਦਾ ਦੀਵਕ ਬਾਲਿਆ। ਉਹ ਚੌਧਰੀ ਜਿਹੜਾ ਸੀ ਨਿਹਾਲ ਹੋ ਗਿਆ। ਭਰਤਗੜ੍ਹ ਦਾ ਰਹਿਣ ਵਾਲਾ ਇੱਕ ਕਸਾਈ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ, ਮਹਾਰਾਜ ਮੇਰਾ ਵੀ ਪਾਰ ਉਤਾਰਾ ਹੋ ਜਾਏਗਾ। ਤੇ ਸਾਹਿਬ ਕਹਿਣ ਲੱਗੇ, ਬਾਣੀ ਨਹੀਂ ਕਦੀ ਪੜ੍ਹੀ। ਸਦਨਾ ਕੌਣ ਸੀ? ਉਹ ਵੀ ਕਸਾਈ ਸੀ। ਗੁਰੂ ਘਰ ਵਿੱਚ ਉਹਨੂੰ ਮਾਨ ਸਨਮਾਨ ਮਿਲਿਆ, ਭਾਈ ਗੁਰੂ ਕੀ ਬਾਣੀ ਪੜ੍ਹ, ਸਿਮਰਨ ਕਰ, ਤੇਰੀ ਆਤਮਾ ਦੀ ਕਲਿਆਣ ਹੋਵੇਗੀ। ਇੱਕ ਗਰੀਬ ਬ੍ਰਾਹਮਣ ਜਿਸ ਦਾ ਸਰੀਰ ਕੋਹੜ ਦੀ ਬਿਮਾਰੀ ਨਾਲ ਗਲਿਆ ਸੀ, ਕੁਛ ਲੋਕਾਂ ਨੇ ਸਿਖਾਇਆ ਕਿ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੂੰ ਬੇਨਤੀ ਕਰ। ਤੇ ਜਦੋਂ ਸਾਹਿਬਾਂ ਦਾ ਸਵਾਰਾ ਜਾ ਰਿਹਾ ਸੀ, ਸਾਹਮਣੇ ਆ ਕਰਕੇ ਫਰਿਆਦ ਕੀਤੀ, ਤਰਲਾ ਲਿਆ, ਮਹਾਰਾਜ ਕਿਰਪਾ ਕਰੋ। ਬਾਲਾ ਪ੍ਰੀਤਮ ਜੀ ਮਿਹਰ ਦੇ ਘਰ ਵਿੱਚ ਆਏ, ਕਰਮਾਲ ਬਖਸ਼ਿਸ਼ ਕੀਤਾ। ਸਾਹਿਬਾਂ ਨੇ ਕਹਿਣ ਲੱਗੇ, ਲੈ ਇਸ ਨੂੰ ਸਰੀਰ ਤੇ ਫੇਰ ਲੈ। ਸਰੀਰ ਤੇ ਫੇਰ ਲਿਆ, ਤੰਦਰੁਸਤ ਐ 9 ਪਰ 9 ਹੋ ਗਿਆ।
ਸਾਰੀ ਬਿਮਾਰੀ ਕੱਟੀ ਗਈ। ਬੇਅੰਤ ਕੌਤਕ ਨੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਸਹਿਬ ਗੁਰੂ ਹਰਿ ਪਾਤਸ਼ਾਹ ਮਹਾਰਾਜ ਜੀ ਦੀ ਚੋਣ ਸੰਸਾਰ ਦਾ ਅਜ ਤੱਕ ਕੋਈ ਇਤਿਹਾਸਕਾਰ ਇਸ ਗੱਲ ਤੇ ਤਰਕ ਨਹੀਂ ਕਰ ਸਕਿਆ, ਇਸ ਗੱਲ ਨੂੰ ਝੂਠੀ ਨਹੀਂ ਸਾਬਤ ਕਰ ਸਕਿਆ ਕਿ ਜੋ ਗੁਰੂ ਹਰਿ ਪਾਤਸ਼ਾਹ ਨੇ ਚੋਣ ਕੀਤੀ ਉਹਨਾਂ ਦੀ ਚੋਣ ਗਲਤ ਸਾਬਤ ਹੋਈ। 5 ਸਾਲ ਔਰ 5 ਮਹੀਨੇ ਤੇ 26 ਦਿਨ ਦੀ ਉਮਰ ਸੀ ਉਦੋਂ ਜਦੋਂ ਸਾਹਿਬ ਗੁਰੂ ਹਰਿ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਸਿੰਘਾਸਨ ਦੇ ਉੱਪਰ ਬਿਰਾਜਮਾਨ ਕੀਤੇ ਔਰ ਬੜੀ ਉੱਤਮ ਰੀਤੀ ਦੇ ਨਾਲ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਿਧਾਂਤਾਂ ਦਾ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ। ਸਵਾ ਪਹਿਰ ਰਾਤ ਰਹਿੰਦੇ ਆਪ ਜਾਗ ਜਾਂਦੇ ਹਨ, ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਕੇ ਆਤਮਿਕ ਸਰੂਪ ਵਿੱਚ ਲੀਨ ਹੋ ਜਾਂਦੇ ਨੇ। ਦਿਨ ਦਾ ਚੜ੍ਹਾਅ ਹੋਣ ਤੇ ਦੀਵਾਨ ਸੱਜਦਾ, ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਕੇ ਕਲਿਆਣ ਕਰਦੇ। ਸਾਹਿਬਾਂ ਦੇ ਬਚਨਾਂ 'ਚ ਬੜੀ ਭਾਰੀ ਤਸੀਰ ਹੈ, ਜਿਹੜਾ ਵੀ ਸੁਣਦਾ ਹੈ ਉਹਦੇ ਅੰਤਰਾਤਮੇ ਹਿਰਦੇ 'ਚ ਬਚਨ ਲੈ ਜਾਂਦੇ ਨੇ, ਗੁਰੂ ਕੇ ਬਚਨਾਂ ਉਪਦੇਸ਼ਾਂ ਨੂੰ ਧਾਰਨ ਕਰਦਾ ਹੈ। ਪੰਜੋਖਰਾ ਸਾਹਿਬ ਵਾਲੀ ਉਹ ਸਾਖੀ ਆਪ ਜੀ ਨੇ ਬੜੀ ਵਾਰੀ ਸੁਣੀ ਹੈ, ਜਦੋਂ ਹੰਕਾਰੀ ਲਾਲ ਚੰਦ ਦਾ ਸਾਹਿਬਾਂ ਨੇ ਮਾਨ ਤੋੜਿਆ ਔਰ ਛੱਜੂ ਝੀਵਰ ਦੇ ਕੋਲੋਂ ਗੀਤਾ ਦੇ ਅਰਥ ਕਰਵਾਏ। ਰਾਜਾ ਜੈ ਸਿੰਘ ਦੀ ਬੇਨਤੀ ਤੇ ਦਿੱਲੀ ਜਾ ਪਹੁੰਚੇ, ਜਿੱਥੇ ਭਿਆਨਕ ਬਿਮਾਰੀ ਫੈਲੀ ਸੀ। ਸਾਰੀ ਦਿੱਲੀ ਦਾ ਕਸ਼ਟ ਆਪਣੇ ਸਰੀਰ ਸਰੂਪ ਉੱਪਰ ਲਿਆ ਹੈ ਔਰ ਦੁਖੀਆਂ ਨੂੰ, ਨਿਤਾਨਿਆਂ ਨੂੰ, ਨਿਮਾਨਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਚਰਨ ਸ਼ਰਨ ਬਖਸ਼ਿਸ਼ ਕਰਕੇ ਉਹਨਾਂ ਨੂੰ ਤੰਦਰੁਸਤੀ ਬਖਸ਼ੀ, ਟੁੱਟੀਆਂ ਹੋਈਆਂ ਸੁਰਤਾਂ ਜੋੜੀਆਂ ਹਨ। ਐਸੇ ਬੇਅੰਤ ਪਰਉਪਕਾਰ ਨੇ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਜਦੋਂ ਅੰਤਲਾ ਸਮਾਂ ਆਇਆ, ਸਿੱਖਾਂ ਪੁੱਛਿਆ, ਮਹਾਰਾਜ ਸਾਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ? ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਮ ਲੈਂਦਿਆਂ ਹੋਇਆਂ ਬੜੇ ਭਾਵਪੂਰਤ ਬਚਨ ਉਚਾਰਨ ਕੀਤੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਉਹ ਦਰਜ ਨੇ ਕਿ ਜਿਹੜਾ ਸਿੱਖ ਚਾਹੁੰਦਾ ਹੈ ਕਿ ਗੁਰੂ ਦਾ ਦੀਦਾਰ ਹੋਵੇ, ਮਨੋਕਾਮਨਾ ਪੂਰੀ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਜਾਏ, ਗੁਰੂ ਕੀ ਬਾਣੀ ਦਾ ਪਾਠ ਕਰੇ, ਭਾਵਨਾ ਰੱਖੇ, ਉਹਦੀ ਸਾਰੀ ਭਾਵਨਾ ਪੂਰੀ ਹੋਏਗੀ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਵਿਅਕਤੀਗਤ ਰੂਪ ਵਿੱਚ ਸਾਨੂੰ ਸਤਿਗੁਰੂ ਦੀ ਬਾਂਹ ਫੜਾਓ, ਕਿਰਪਾ ਕਰੋ। ਜਾਨੀ ਜਾਨ ਸਾਹਿਬ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੋ ਕਈ ਦਿਨਾਂ ਤੋਂ ਪਲੰਗ ਤੇ ਬਿਰਾਜਮਾਨ ਸਨ, ਸਾਰੇ ਦਿੱਲੀ ਦਾ ਰੋਗ ਹੀ ਆਪਣੇ ਸਰੀਰ ਉੱਪਰ ਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਠ ਕੇ ਬੈਠੇ, ਸਰੀਰਕ ਕਮਜ਼ੋਰੀ ਬਹੁਤ ਜ਼ਿਆਦੀ ਸੀ। 7 ਸਾਲ ਔਰ ਤਕਰੀਬਨ 8 ਮਹੀਨੇ ਤੇ 26 ਦਿਨ ਦੀ ਉਸ ਦਿਨ ਉਮਰ ਸੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਦਰਗਾਹ ਮੱਲ ਜੀ, ਭਾਈ ਗੁਰਦਿੱਤਾ ਜੀ ਹੋਰ ਗੁਰਮੁਖ ਪਿਆਰਿਆਂ ਨੂੰ ਬਚਨ ਕੀਤਾ ਕਿ ਗੁਰਤਾ ਗੱਦੀ ਦੀਆਂ ਵਸਤੂਆਂ ਸਾਡੇ ਪਾਸ ਲੈ ਕੇ ਆਓ। ਹੱਥ 'ਚ ਲੈ ਕੇ ਸੁਰਤ ਦੇ ਨਾਲ ਹੀ 3 ਪ੍ਰਕਰਮਾਂ ਕਰਕੇ ਬਚਨ ਕੀਤੋ ਨੇ ਕਿ ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਰਿਸ਼ਤੇਦਾਰੀ ਵਿੱਚੋਂ ਦਾਦਾ ਜੀ ਲੱਗਦੇ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਭ ਤੋਂ ਛੋਟੇ ਭਰਾ ਹਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਦਾਦਾ ਜੀ ਲੱਗਦੇ ਹੋਣ ਕਰਕੇ ਪੁਰਾਣੇ ਸਮੇਂ 'ਚ ਦਾਦਿਆਂ ਨੂੰ ਬਾਬਾ ਜੀ ਦੇ ਸ਼ਬਦ ਨਾਲ ਸੰਬੋਧਨ ਕਰਦੇ ਸਨ। ਸੋ ਐਸੇ ਭਾਵਪੂਰਤ ਬਚਨ ਕਹਿ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋਤੀ ਜੋ ਸਮਾਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਰਉਪਕਾਰ ਇਤਿਹਾਸਕਾਰਾਂ ਨੇ ਬਹੁਤ ਖੋਲ੍ਹ ਕਰਕੇ ਵਰਣਨ ਕੀਤੇ ਨੇ, ਇੱਥੋਂ ਤੱਕ ਕਿ ਮੁਸਲਮਾਨ ਇਤਿਹਾਸਕਾਰ ਤੇ ਅੰਗਰੇਜ਼ ਇਤਿਹਾਸਕਾਰ ਵੀ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਦੇ ਕੌਤਕਾਂ ਨੂੰ ਉਹਨਾਂ ਨੇ ਵਰਣਨ ਕੀਤਾ ਹੈ। ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਗਿਆਨ ਅੰਧੇਰਾ ਕੱਟਿਆ, ਬੇਅੰਤ ਜੀਵਾਂ ਦਾ ਅਗਿਆਨਤਾ ਦਾ ਹਨੇਰਾ ਕੱਟ ਦਿੱਤਾ। ਗੁਰ ਗਿਆਨ ਪ੍ਰਚੰਡ ਬੁਲਾਇਆ ਸਤਿਗੁਰੂ ਨੇ, ਆਤਮ ਗਿਆਨ ਦਾ ਦੀਵਾ ਹਿਰਦੇ 'ਚ ਪ੍ਰਜਵਲਿਤ ਕਰ ਦਿੱਤਾ। ਪਰ ਵਿਸ਼ੇਸ਼ ਕਰਕੇ ਚੰਡ ਤਿੱਖਾ ਗਿਆਨ, ਆਤਮ ਗਿਆਨ, ਦੈਵੀ ਗਿਆਨ, ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਜਿਹਨੂੰ ਬ੍ਰਹਮ ਗਿਆਨ ਕਹਿੰਦੇ ਹਨ, ਉਹ ਬ੍ਰਹਮ ਗਿਆਨ ਹਿਰਦੇ 'ਚ ਬੁਲਾਇਆ, ਜਗਾ ਦਿੱਤਾ, ਪ੍ਰਗਟ ਕਰ ਦਿੱਤਾ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ,
ਹਰ ਰਤਨ ਪਦਾਰਥ ਲਾਦਾ। ਤੇ ਜਿੱਥੇ ਗੁਰੂ ਦੇ ਗਿਆਨ ਦਾ ਦੀਪਕ ਜਲ ਜਾਏ ਉੱਥੇ ਫਿਰ ਅਗਿਆਨਤਾ ਦਾ ਹਨੇਰਾ ਨਹੀਂ ਠਹਿਰ ਸਕਦਾ। ਸਾਹਿਬਾਂ ਨੇ ਪਾਵਨ ਬਾਣੀ ਦੇ ਅੰਦਰ ਦੀਵਾ ਬਲੈ ਅੰਧੇਰਾ ਜਾਏ, ਉੱਥੋਂ ਹਨੇਰਾ ਮੁੱਕ ਗਿਆ। ਬਲਿਆ ਗੁਰ ਗਿਆਨ, ਗੁਰੂ ਦੇ ਗਿਆਨ ਦਾ ਦੀਪਕ ਬਲ ਗਿਆ। ਗੁਰੂ ਦੇ ਗਿਆਨ ਦਾ ਜਦੋਂ ਸੂਰਜ ਚੜ੍ਹ ਗਿਆ ਫਿਰ ਅੰਧੇਰਾ ਬਿਨਸਿਆ। ਅਗਿਆਨਤਾ ਦਾ, ਅਵਿਦਿਆ ਦਾ ਜਿਹੜਾ ਅੰਧਕਾਰ ਜੀਵਨ 'ਚ ਫੈਲਿਆ ਸੀ ਉਹ ਸਾਰਾ ਦਾ ਸਾਰਾ ਬਿਨਸ ਗਿਆ, ਖਤਮ ਹੋ ਗਿਆ। ਹਰ ਰਤਨ ਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੋ ਪਦਾਰਥ, ਪਰਮਾਤਮਾ ਨੂੰ ਵੀ ਬਾਣੀ ਵਿੱਚ ਪਦਾਰਥ ਲਿਖਿਆ ਹੈ। ਹੁਣ ਪਦਾਰਥ ਇੱਕ ਵਸਤੂ ਹੁੰਦੀ ਹੈ। ਸਾਹਿਬ ਕਹਿੰਦੇ ਹਰ ਰਤਨ ਪਦਾਰਥ, ਜਿਹੜਾ ਹਰੀ ਰਤਨ ਪਦਾਰਥ ਹੈ ਨਾ ਉਸ ਨੂੰ ਲਾਦਾ ਕਹੀਏ ਲੱਭ ਗਿਆ, ਪ੍ਰਾਪਤ ਕਰ ਲਿਆ। ਜਿਵੇਂ ਭਾਈ ਮੱਖਣ ਸ਼ਾਹ ਲੁਬਾਣੇ ਨੇ ਸ਼ਬਦ ਵਰਤੇ ਸਨ, ਗੁਰੂ ਲਾਧੋ ਰੇ, ਲਾਧੋ ਰੇ, ਲਾਧੋ ਦਾ ਅਰਥ ਸੀ ਲੱਭ ਗਿਆ, ਲੱਭ ਗਿਆ। ਇੱਥੇ ਹੈ ਲਾਧਾ, ਲਾਧਾ ਦਾ ਅਰਥ ਵੀ ਹੈ ਲੱਭ ਗਿਆ, ਪ੍ਰਾਪਤ ਹੋ ਗਿਆ। ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਸੋ ਐਸਾ ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਰਤਨਾਂ ਦੀ ਨਿਆਈ ਕੀਮਤੀ ਪਦਾਰਥ ਹੈ ਉਸ ਨੂੰ ਪ੍ਰਾਪਤ ਕਰ ਲਿਆ। ਹਉ ਮੈਂ ਗਿਆ ਦੁਖ ਲਾਥਾ, ਆਪ ਆਪੈ ਗੁਰਮਤਿ ਖਾਧਾ। ਹਉਮੈ ਬੜਾ ਭਾਰੀ ਖਤਰਨਾਕ ਰੋਗ ਹੈ ਜਿਸ ਨੂੰ ਸਾਹਿਬ ਕਹਿੰਦੇ ਹਉਮੈ ਦੀਰਘ ਰੋਗ। ਦੀਰਘ ਹੁੰਦਾ ਲੰਮਾ, ਪੁਰਾਣਾ, ਖਤਰਨਾਕ, ਵੱਡਾ ਰੋਗ ਹੈ। ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਭੈ ਜਿਨ ਹਰ ਨਾਮ ਧਿਆ ਤਿਨ ਪਵਿੱਤ ਪਰਮ ਪਦ ਪਾਏ। ਮੇਰੇ RAM ਹਰ ਜਨ ਆਰੋਗ ਪਏ, ਉਹ ਤੰਦਰੁਸਤ ਹੋ ਗਏ। ਮਾਲਕ ਨੇ ਉਹਨਾਂ ਦਾ ਹਉਮੈ ਦਾ ਰੋਗ ਕੱਟ ਦਿੱਤਾ। ਹਉਮੈ ਦਾ ਰੋਗ ਚਲਿਆ ਗਿਆ, ਦੁੱਖ ਲਾਥਾ, ਜੰਮਣ ਤੇ ਮਰਨ ਦਾ ਵੱਡਾ ਦੁੱਖ ਲਾਥਾ ਲੈ ਗਿਆ, ਦੂਰ ਹੋ ਗਿਆ। ਆਪ ਆਪੇ, ਆਪਣੇ ਆਪੇ ਦੁਆਰਾ, ਸ਼ੁਭ ਮਨ ਦੇ ਦੁਆਰਾ ਜਿਹੜਾ ਬੁਰਾ ਮਨ ਦਾ ਸੁਭਾਅ ਸੀ ਨਾ, ਗੁਰਮਤਿ ਗੁਰੂ ਦੀ ਮੱਤ ਦੁਆਰਾ ਖਾਧਾ ਦਾ ਅਰਥ ਹੈ ਖਾ ਲਿਆ, ਨਿਗਲ ਲਿਆ। ਭਾਵ ਜਿਹੜਾ ਆਪਣਾ ਆਪਾ ਸੀ ਨਾ ਉਹ ਤਿਆਗ ਦਿੱਤਾ। ਆਪਣਾ ਆਪਾ ਅਪਨਤ ਹਉਮੈ ਹੀ ਰਾਹ ਵਿੱਚ ਦਵਾਰ ਸੀ। ਗੁਰੂ ਦੀ ਮੱਤ ਕਿਰਪਾ ਦੁਆਰਾ ਆਪਣੇ ਆਪ ਨੂੰ, ਮੱਤ ਨੂੰ ਜਿਹੜਾ ਸੀ ਨਾ ਉਹ ਤਿਆਗ ਦਿੱਤਾ। ਗੁਰਮਤਿ ਖਾਧਾ, ਗੁਰਮਤਿ ਗੁਰੂ ਦੀ ਮੱਤ ਦੁਆਰਾ ਖਾਧਾ ਤੋਂ ਭਾਵ ਹੈ ਅਕਾਲ ਪੁਰਖ ਪਰਮੇਸ਼ਰ ਪ੍ਰਾਪਤ ਕਰ ਲਿਆ। ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੈ ਨਾ ਜਾਇਆ। ਸਾਹਿਬ ਕਹਿੰਦੇ ਉਹ ਵਰ ਪਾ ਲਿਆ ਜਿਹੜਾ ਵਰ ਨਾ ਅਕਾਲ, ਕਾਲ ਨਾਮ ਹੈ ਸਮੇਂ ਦਾ, ਮੌਤ ਦਾ। ਅਕਾਲ ਪੁਰਖ ਵਾਹਿਗੁਰੂ ਨਾ ਤਾਂ ਮੌਤ ਦੇ ਦੇਸ਼ ਮੰਡਲ ਵਿੱਚ ਆਉਂਦਾ ਤੇ ਨਾ ਕਾਲ ਸਮੇਂ ਦੇ ਗੇੜ ਵਿੱਚ ਆਉਂਦਾ ਹੈ। ਇਸ ਵਾਸਤੇ ਅੱਗੇ ਐੜਾ ਲਾ ਕੇ ਉਹਨੂੰ ਅਕਾਲ ਲਿਖਿਆ ਹੈ। ਉਹਦਾ ਮੂਰਤ ਦਾ ਅਰਥ ਹੁੰਦਾ ਸਰੂਪ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ, ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਿਸ ਦੀ ਮੂਰਤ ਸਰੂਪ ਅਕਾਲ, ਸਮੇਂ ਤੇ ਮੌਤ ਦੇ ਪ੍ਰਭਾਵ ਤੋਂ ਪਰੇ ਹੈ। ਉਹ ਪਰਮੇਸ਼ਰ ਵਾਹਿਗੁਰੂ ਜੀ ਵਰ ਪਾਇਆ, ਵਰ ਪ੍ਰਾਪਤ ਕਰ ਲਿਆ, ਜਿਹੜਾ ਅਬਨਾਸੀ ਹੈ, ਕਦੀ ਨਾਸ਼ ਹੋਣ ਵਾਲਾ ਨਹੀਂ, ਨਾ ਕਦੇ ਮਰੈ। ਜਿਹੜਾ ਨਾ ਕਦੀ ਮਰੇ, ਮਰੇਗਾ ਨਾ, ਮਰਦਾ ਹੈ ਨਾ ਜਾਇਆ। ਜਾਇਆ ਦਾ ਅਰਥ ਹੈ ਜਨਮ ਲੈਂਦਾ ਹੈ। ਸੋ ਜਿਹੜਾ ਨਾ ਕਦੀ ਜਨਮ ਲੈਂਦਾ, ਜਿਹੜਾ ਜਨਮ ਲਵੇਗਾ ਉਹ ਮਰੇਗਾ ਅਵਸ਼। ਸਾਹਿਬ ਕਹਿੰਦੇ ਉਹ ਨਾ ਕਦੀ ਜਨਮਿਆ ਹੈ ਤੇ ਨਾ ਹੀ ਕਦੀ ਉਹ ਮਰਨਾ ਕਰੇਗਾ। ਵਿਆਹ ਹੁਆ ਮੇਰੇ ਬਾਬਲਾ, ਗੁਰਮੁਖੀ ਹਰ ਪਾਇਆ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਉਚਾਰਨ ਕਰਦੇ ਹੋਏ ਦੂਜੇ ਪਦੇ ਦੀ ਸਮਾਪਤੀ ਸੰਪੂਰਨਤਾ ਕਰਦੇ ਫਰਮਾ ਰਹੇ ਨੇ, ਹੇ ਮੇਰੇ ਬਾਬੋਲਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਪਿਤਾ ਸਰੂਪ ਸਤਿਗੁਰੂ ਜੀਓ, ਤੁਸੀਂ ਬੜੀ ਕਿਰਪਾ ਕੀਤੀ ਹੈ। ਗੁਰਮੁਖੇ ਮੁਖੀ ਗੁਰੂ ਦੇ ਦੁਆਰਾ ਹਰ ਪਾਇਆ। ਸਾਹਿਬ ਕਹਿੰਦੇ ਹਰੀ ਪ੍ਰਾਪਤ ਕਰ ਲਿਆ। ਅਕਾਲ ਪੁਰਖ ਪਰਮੇਸ਼ਰ ਜੀ ਦੀ ਪ੍ਰਾਪਤੀ ਹੋ ਗਈ ਹੈ। ਸਾਖਸ਼ਾਤ ਅਕਾਲ ਪੁਰਖ ਨੇ ਦਿਦਾਰ ਬਖਸ਼ਿਆ, ਆਪ ਹਿਰਦੇ ਘਰ ਵਿੱਚ ਆ ਕਰਕੇ ਵਸ ਗਿਆ ਹੈ। ਐਸਾ ਪਰਮਾਤਮਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ।
ਐਸੇ ਅਕਾਲ ਪੁਰਖ ਬਾਰੇ ਸਾਹਿਬਾਂ ਕਿਹਾ ਕਿ ਜਦੋਂ ਉਹਦੀ ਕਿਰਪਾ ਹੋਈ, ਮਿਲਾਪ ਹੋਇਆ, ਇਹੋ ਜਿਹੀ ਦ੍ਰਿਸ਼ਟੀ ਉਸਨੇ ਬਖਸ਼ਿਸ਼ ਕੀਤੀ ਜਿਸ ਦਾ ਜ਼ਿਕਰ ਅੰਮ੍ਰਿਤ ਵੇਲੇ ਦੇ ਸ਼੍ਰੀ ਮੁਖਵਾਕ ਅੰਦਰ ਸਾਹਿਬਾਂ ਕੀਤਾ ਕਿ ਜਹ ਜਹ ਪੇਖੋ ਤਹ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਾ ਸਰਬੱਤਰ ਮੈਂ ਮਨ ਸਦਾ ਧਿਆਈ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਹਿਬਾਂ ਦਾ ਬਖਸ਼ਿਆ ਉਪਦੇਸ਼ ਸਾਡੇ ਹਿਰਦੇ ਮਨ ਬੁੱਧ ਚਿੱਤ ਵਿੱਚ ਵਸ ਜਾਏ, ਜੀਵਨ ਕਾਲ ਵਿੱਚ ਵਿਚਰਦਿਆਂ ਸਤਿਗੁਰੂ ਜੀ ਦਾ ਉਪਦੇਸ਼ ਕਮਾ ਸਕੀਏ। ਬਾਲਾ ਪ੍ਰੀਤਮ ਧੰਨ 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 ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਦੁਬਾਰਾ ਫੇਰ ਆਪ ਜੀ ਸਿੱਖ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਪਾਵਨ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਾਲਾ ਪ੍ਰੀਤਮ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਸਿੱਖ ਸੰਗਤਾਂ ਦੇ ਸੰਯੋਗ ਦੁਆਰਾ ਬੜੀ ਸ਼ਰਧਾ ਭਾਵਨਾ ਦੇ ਸਹਿਤ ਮਨਾਇਆ ਜਾ ਰਿਹਾ ਹੈ। ਸਿੱਖ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰਦਿਆਂ ਹੋਇਆਂ ਸਾਹਿਬਾਂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਅਕਾਲ ਮੂਰਤ ਵਾਰ ਪਾਇਆ ਅਬਿਨਾਸੀ, ਨਾ ਕਦੀ ਮਰੈ ਨਾ ਜਾਇਆ। ਵਿਆਹੋ ਹੁਆ ਮੇਰੇ ਬਾਬਲਾ, ਗੁਰਮੁਖੀ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਨੋ ਸੰਤ ਹੋ। ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਨਹੁ ਵਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਨਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।